ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਸਾ ਮਹੱਲਾ ਪਹਿਲਾ। ਕਾਚੀ ਗਾਗਰ ਦੇਹ ਦੁਹੇਲੀ ਉਪਜੈ ਬਿਨਸੈ ਦੁਖ ਪਾਈ। ਚੱਲ ਰਹੀ ਲੜੀਵਾਰ ਕਥਾ ਵਿਚਾਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਆਸਾ ਰਾਗ ਵਿੱਚ ਕਿਰਪਾ ਕਰ ਰਹੇ ਹਨ। ਪਾਵਨ ਅੰਗ 355 ਤੇ ਸਤਿਗੁਰੂ ਫਰਮਾਉਂਦੇ ਹਨ ਕਿ ਇਹ ਜਿਹੜੀ ਕਾਇਆ ਕੱਚੀ ਗਾਗਰ ਕੱਚੀ ਘੜੀ ਦੀ ਤਰ੍ਹਾਂ ਟੁੱਟ ਜਾਣ ਵਾਲੀ ਮਿੱਥਿਆ ਝੂਠੀ ਹੈ। ਇਸ ਨੂੰ ਬੁੱਧੀ ਆਪਣਾ ਆਪ ਮੰਨ ਕੇ ਦੁਹੇਲੀ ਦੁਖੀ ਰਹਿੰਦੀ ਆ। ਇਸ ਵਿੱਚ ਲੱਗ ਕੇ ਜੀਵ ਉਪਜੈ ਪੈਦਾ ਹੋਣ ਅਤੇ ਬਿਨਸੈ ਨਾਸ ਹੋਣ ਰੂਪ ਕਸ਼ਟ ਨੂੰ ਪਾਉਂਦੇ ਆ। ਜੀਵ ਦੇਹ ਦੇ ਪੈਦਾ ਹੋਣ ਵੇਲੇ ਵੀ ਅਤੇ ਬਿਨਸੈ ਨਾਸ ਭਾਵ ਮਰਨ ਵੇਲੇ ਵੀ ਅਤਿਅੰਤ ਹੀ ਦੁੱਖ ਪਾਉਂਦੇ ਹਨ। ਇਹੋ ਜਗ ਸਾਗਰ ਦੁਤਰ ਕਿਉ ਤਰੀਐ ਬਿਨ ਹਰ ਗੁਰ ਪਾਰ ਨ ਪਾਈ। ਦੱਸ ਰਹੇ ਭਾਈ ਇਹ ਜਗ ਸੰਸਾਰ ਸਮੁੰਦਰ ਸਾਗਰ ਸਾ ਸਹਿਤ ਵਿਸ਼ਿਆਂ ਰੂਪੀ ਗਰਲਤਾ ਭਾਵ ਜ਼ਹਿਰ ਦੇ ਹੈ। ਇਸ ਤੋਂ ਤਰਨਾ ਬਹੁਤ ਹੀ ਦੁੱਤਰ ਕਹੀਏ ਕਠਿਨ ਹੈ, ਬਹੁਤ ਔਖਾ ਹੈ। ਫਿਰ ਪ੍ਰਸ਼ਨ ਕਰਦੇ ਆ ਕਿਉਂ ਕਿਸ ਪ੍ਰਕਾਰ ਤਰੀਏ ਤਰਨਾ ਹੋਵੇ। ਗੁਰੂ ਪਾਤਸ਼ਾਹ ਫਰਮਾਉਂਦੇ ਪਰਮੇਸ਼ਰ ਸਰੂਪ ਸਤਿਗੁਰੂ ਜੀ ਨੂੰ ਧਾਰਨ ਤੋਂ ਬਗੈਰ ਪਾਰ ਨਹੀਂ ਪਾਇਆ ਜਾਂਦਾ। ਤੁਝ ਬਿਨ ਅਵਰ ਨ ਕੋਈ ਮੇਰੇ ਪਿਆਰੇ, ਤੁਝ ਬਿਨ ਅਵਰ ਨ ਕੋਈ ਹਰੇ। ਹੇ ਮੇਰੇ ਪਿਆਰੇ, ਸਾਡੇ ਪਿਆਰੇ ਪਰਮੇਸ਼ਰ ਜੀ, ਤੁਹਾਡੇ ਤੋਂ ਬਗੈਰ ਹੋਰ ਸਥਾਨ ਵਿੱਚ ਸਾਨੂੰ ਕੋਈ ਵੀ ਨਹੀਂ ਦਿਸਦਾ। ਨਿਸ਼ਚੇ ਕਰਕੇ ਤੇ ਪਰਮੇਸ਼ਰ ਜੀ ਤੁਹਾਡੇ ਤੋਂ ਬਿਨਾਂ ਹੋਰ ਨਾ ਕੋਈ ਪਿੱਛੇ ਸੀ, ਨਾ ਕੋਈ ਹੁਣ ਹੈ, ਨਾ ਕੋਈ ਅੱਗੇ ਨੂੰ ਹੋਵੇਗਾ। ਸਰਬੀ ਰੰਗੀ ਰੂਪੀ ਤੂੰ ਹੈ, ਤਿਸ ਬਖਸ਼ੇ ਜਿਸ ਨਦਰ ਕਰੇ ਰਹਾਉ। ਸਰਬੀ ਕਹੀਏ ਸਾਰਿਆਂ ਰੰਗਾਂ ਵਿੱਚ, ਰੂਪੀ ਰੂਪ ਆਕਾਰਾਂ ਵਿੱਚ ਤੁਸੀਂ ਆਪ ਹੀ ਹੋ। ਜਿਹੜੇ ਪੁਰਸ਼ ਉੱਪਰ ਨਦਰ ਕਿਰਪਾ ਦ੍ਰਿਸ਼ਟੀ ਕਰਦੇ ਹੋ ਉਸ ਨੂੰ ਆਪ ਬਖਸ਼ਣਾ ਕਰਦੇ ਹੋ। ਜਿਨ੍ਹਾਂ ਨੂੰ ਨਾਮ ਦੀ ਦਾਤ ਬਖਸ਼ਦੇ ਹੋ ਉਹਨਾਂ ਨੂੰ ਗਿਆਨ ਦੀ ਦ੍ਰਿਸ਼ਟੀ ਕਰ ਦਿੰਦੇ ਹੋ। ਰਹਾਉ ਵਿਸਰਾਮ ਦੇ ਕੇ ਕਿਰਪਾ ਕਰ ਰਹੇ ਹਨ। ਹੁਣ ਅੱਗੇ ਸਤਿਗੁਰੂ ਜੀ ਰੂਪਕ ਅਲੰਕਾਰ ਦੁਆਰਾ ਕਥਨ ਕਰਦੇ ਹਨ ਕਿ ਜਿਵੇਂ ਕਿਸੇ ਇਸਤਰੀ ਦੀ ਸੱਸ ਬਹੁਤ ਬੁਰੀ ਹੋਵੇ ਅਤੇ ਪਤੀ ਦੀ ਸੇਵਾ ਟਹਿਲ ਨਾ ਕਰਨ ਦੇਵੇ ਤਾਂ ਉਹ ਆਪਣੀਆਂ ਸਖੀਆਂ ਕੋਲ ਜਾ ਕੇ ਜਿਸ ਪ੍ਰਕਾਰ ਕਹਿੰਦੀ ਹੈ ਉਸ ਪ੍ਰਕਾਰ ਮਹਾਰਾਜ ਜੀ ਇੱਥੇ ਅਲੰਕਾਰ ਵਿੱਚ ਫਰਮਾਉਂਦੇ ਹਨ। ਸਾਸ ਬੁਰੀ ਘਰ ਵਾਸ ਨ ਦੇਵੈ, ਪਿਰ ਸਿਓ ਮਿਲਣ ਨ ਦੇ ਬੁਰੀ। ਜਿਸ ਪ੍ਰਕਾਰ ਉਹ ਇਸਤਰੀ ਆਪਣੀਆਂ ਸਖੀਆਂ ਕੋਲ ਕਹਿੰਦੀ ਆ ਕਿ ਮੇਰੀ ਸੱਸ ਬਹੁਤ ਬੁਰੀ ਭੈੜੀ ਆ, ਉਹ ਘਰ ਵਿੱਚ ਮੈਨੂੰ ਵਸਣ ਹੀ ਨਹੀਂ ਦਿੰਦੀ ਅਤੇ ਫਿਰ ਪਤੀ ਦੇ ਨਾਲ ਮਿਲਣ ਮਿਲਾਪ ਵੀ ਨਹੀਂ ਕਰਨ ਦਿੰਦੀ, ਉਲਟਾ ਮੇਰੇ ਵਿੱਚ ਦੋਸ਼ ਆਰੋਪ ਕੇ ਮੈਨੂੰ ਭੈੜੀ ਬਣਾ ਛੱਡਿਆ ਹੈ। ਸਖੀ ਸਾਜਨੀ ਕੇ ਹਉ ਚਰਨ ਸਰੇਵੋ, ਹਰ ਗੁਰ ਕਿਰਪਾ ਤੇ ਨਦਰ ਧਰੀ। ਸ਼ਰਧਾ ਰੂਪੀ ਸਹੇਲੀ ਅਤੇ ਭਗਤੀ ਰੂਪੀ ਸਾਜਨੀ ਹੁੰਦਾ ਸੁਜਨਤਾ ਵਾਲੀ ਭਾਵ ਮਹਾਨਤਾ ਰੂਪੀ ਸਾਜਨੀ ਨੇਕ ਪਿਆਰੀਆਂ ਸਖੀਆਂ ਦੇ ਮੈਂ ਚਰਨ ਸਰੇਵੋ ਸੇਵਨਾ ਕਰਦੀ। ਉਹਨਾਂ ਨੇ ਦੱਸ ਦਿੱਤਾ ਹੈ ਕਿ ਹਰੀ ਦਾ ਸਰੂਪ ਜੋ ਸਤਿਗੁਰੂ ਜੀ ਹਨ, ਜਿਨ੍ਹਾਂ ਉੱਪਰ ਉਹਨਾਂ ਨੇ ਕਿਰਪਾ ਦਇਆਲਤਾ ਕਰਕੇ ਦ੍ਰਿਸ਼ਟੀ ਧਾਰਨ ਕੀਤੀ ਹੈ, ਉਹਨਾਂ ਨੂੰ ਸੰਸੇ ਆਤਮਕ ਬਿਰਤੀ ਰੂਪੀ ਸੱਸ ਕੋਈ ਦੁੱਖ ਨਹੀਂ ਦੇ ਸਕਦੀ। ਆਪ ਵਿਚਾਰ ਮਾਰ ਮਨ ਦੇਖਿਆ, ਤੁਮ ਸਾ ਮੀਤ ਨ ਅਵਰ ਕੋਈ। ਹੇ ਮਹਾਰਾਜ, ਆਪਣੇ ਸਰੂਪ ਦੀ ਵਿਚਾਰ ਕਰਕੇ ਤਤ ਪਦ ਦਾ ਲਖ ਅਰਥ ਰੂਪ ਅਤੇ ਤੁੰਗ ਪਦ ਦਾ ਲਖ ਅਰਥ ਮੇਰੀ ਆਤਮਾ ਹੈ, ਉਸ ਦੀ ਵਿਚਾਰ ਕਰਕੇ ਅਤੇ ਮਨ ਦੇ ਸੰਕਲਪਾਂ ਨੂੰ ਮਾਰ ਕਹੀਏ ਖਤਮ ਕਰਕੇ ਵੇਖਣਾ ਕੀਤਾ ਹੈ ਕਿ ਤੁਹਾਡੇ ਜੈਸਾ ਪਿਆਰਾ ਮਿੱਤਰ ਹੋਰ ਕੋਈ ਨਹੀਂ ਹੈ। ਜਿਉ ਤੂੰ ਰਾਖੈ ਤਿਵ ਹੀ ਰਹਿਣਾ, ਦੁੱਖ ਸੁੱਖ ਦੇਵਹਿ ਕਰਹਿ ਸੋਈ। ਹੇ ਮਹਾਰਾਜ, ਜਿਵੇਂ ਤੁਸੀਂ ਸਾਨੂੰ ਰੱਖਣਾ ਚਾਹੋਗੇ ਉਵੇਂ ਹੀ ਅਸੀਂ ਰਹਿਣਾ ਕਰਦੇ ਹਾਂ। ਭਾਵੇਂ ਦੁੱਖ ਕਸ਼ਟ ਜਾਂ ਆਨੰਦ ਦੇਣਾ ਕਰੋ, ਜੋ ਵੀ ਤੁਸੀਂ ਕਰੋਗੇ ਉਹ ਹੀ ਅਸੀਂ ਸਹਾਰਦੇ ਹਾਂ।
ਜੋ ਸਾਡੇ ਕੀਤੇ ਹੋਏ ਪਾਪ ਹਨ ਉਹਨਾਂ ਨੂੰ ਭੁਗਤਾਉਣ ਵਾਸਤੇ ਦੁੱਖ ਦਿੰਦੇ ਹੋ, ਜਿਸ ਨਾਲ ਸਾਡੇ ਪਾਪ ਘਟਦੇ ਹਨ ਤੇ ਪੁੰਨਾਂ ਬਦਲੇ ਸੁੱਖ ਦੇਣਾ ਕਰਦੇ ਹੋ। ਜੋ ਤੁਸੀਂ ਕਰਦੇ ਹੋ ਉਹ ਹੀ ਭਲਾ ਹੈ। ਆਸਾ ਮਨਸਾ ਦਊ ਬਿਨਾਸਤ ਤ੍ਰਿਹ ਗੁਣ ਆਸ ਨਿਰਾਸ ਪਈ। ਪਦਾਰਥਾਂ ਦੀ ਪ੍ਰਾਪਤੀ ਰੂਪੀ ਇੱਛਾ ਅਤੇ ਬੁੱਧੀ ਦੇ ਅੰਦਰ ਮਨਸਾ ਕਾਮਨਾ ਦੋਵੇਂ ਹੀ ਵਿਨਾਸਤ ਨਾਸ਼ ਕਰ ਦਿੱਤੀਆਂ ਹਨ ਅਤੇ ਤ੍ਰਿਹੋ ਤਿੰਨ ਰਾਜਸੀ ਤਾਮਸੀ ਸਾਂਤਕੀ ਸੁਭਾਅ ਕਰਕੇ ਬ੍ਰਹਮਾ ਵਿਸ਼ਨੂੰ ਸ਼ਿਵ ਆਦਿਕਾਂ ਦੀ ਉਪਾਸਨਾ ਰੂਪ ਉਮੀਦ ਤੋਂ ਬਿਰਤੀ ਨਿਰਾਸੀ ਹੋ ਗਈ ਹੈ। ਤੁਰੀ ਅਵਸਥਾ ਗੁਰਮੁਖ ਪਾਈਐ, ਤੁਰੀਆ ਅਵਸਥਾ ਗੁਰਮੁਖ ਪਾਈਐ ਸੰਤ ਸਭਾ ਕੀ ਓਟ ਲਹੀ। ਗੁਰਮੁਖ ਮੁਖੀ ਗੁਰਾਂ ਦੁਆਰਾ ਸੰਗਤ ਕਰਕੇ ਜਾਗਰਤ ਸੁਪਨ ਸਕੋਪਤ ਤੁਰੀਆ ਅਵਸਥਾ ਤੋਂ ਪਰੇ ਗਿਆਨ ਅਵਸਥਾ ਪ੍ਰਾਪਤ ਕਰੀਦੀ ਹੈ ਤੇ ਮਹਾਤਮਾ ਜਨਾਂ ਦੀ ਸਭਾ ਹੁੰਦਾ ਮਜਲਸ ਦੀ ਟੇਕ ਓਟ ਲਹੀ ਪ੍ਰਾਪਤ ਕੀਤੀ ਹੈ। ਗਿਆਨ ਧਿਆਨ ਸਗਲੇ ਸਭ ਜਪ ਤਪ ਜਿਸ ਹਰ ਹਿਰਦੈ ਅਲਖ ਅਭੇਵਾ। ਹੇ ਭਾਈ, ਉਹਨਾਂ ਦੇ ਸਾਰੇ ਨਿਰਗੁਣ ਸਰੂਪ ਦਾ ਗਿਆਨ, ਸਰਗੁਣ ਸਰੂਪ ਦਾ ਧਿਆਨ ਅਤੇ ਸਾਰੇ ਬਾਣੀ ਕਰਕੇ ਜਾਪ ਤੇ ਸਰੀਰ ਕਰਕੇ ਤਪੱਸਿਆ ਸਫਲੇ ਹਨ, ਜਿਨ੍ਹਾਂ ਦੇ ਹਿਰਦੇ ਚਿੱਤ ਵਿੱਚ ਲਖਣ ਤੋਂ ਰਹਿਤ ਅਭੇਵਾ ਭੇਦ ਤੋਂ ਰਹਿਤ ਪਰਮੇਸ਼ਵਰ ਵਾਹਿਗੁਰੂ ਜੀ ਦਾ ਨਾਮ ਵਸਿਆ ਹੋਇਆ। ਨਾਨਕ ਰਾਮ ਨਾਮ ਮਨ ਰਾਤਾ ਗੁਰਮਤਿ ਪਾਏ ਸਹਿਜ ਸੇਵਾ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਰਾਮ ਪਰਮੇਸ਼ਰ ਦੇ ਨਾਮ ਵਿੱਚ ਸਾਡਾ ਮਨ ਚਿੱਤ ਰੰਗਿਆ ਹੋਇਆ ਅਤੇ ਗੁਰਮਤਿ ਗੁਰਾਂ ਦੀ ਸਿੱਖਿਆ ਸੇਵਾ ਟਹਿਲ ਦੁਆਰਾ ਸ਼ਾਂਤ ਸਰੂਪ ਪਰਮਾਤਮਾ ਨੂੰ ਪਾਉਣਾ ਕੀਤਾ ਹੈ। ਗੁਰਮਤਿ ਦੁਆਰਾ ਜਿਹੜਾ ਆਪ ਜਪਣਾ ਤੇ ਹੋਰਨਾਂ ਨੂੰ ਜਪਾਉਣਾ ਹੈ, ਇਹੋ ਹੀ ਸਹਿਜ ਸੇਵਾ ਹੈ। ਇਸ ਦੁਆਰਾ ਉਸ ਸਰੂਪ ਨੂੰ ਪਾਇਆ ਹੈ। ਆਸਾ ਮਹੱਲਾ ਪਹਿਲਾ ਪੰਚਪਦੇ। ਇੱਕ ਦਿਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਜੰਗਲ ਵਿੱਚ ਲੰਘ ਰਹੇ ਸਨ। ਉੱਥੇ ਮਣੇ ਉੱਪਰ ਬੈਠਾ ਇੱਕ ਜ਼ਿਮੀਂਦਾਰ ਆਦਮੀ ਪਰਮੇਸ਼ਰ ਨੂੰ ਗਾਲਾਂ ਦੇ ਰਿਹਾ ਸੀ। ਸਤਿਗੁਰਾਂ ਨੇ ਭਾਈ ਬਾਲੇ ਨੂੰ ਭੇਜ ਕੇ ਉਸ ਨੂੰ ਆਪਣੇ ਕੋਲ ਬੁਲਾਇਆ ਅਤੇ ਪੁੱਛਿਆ ਕਿ ਪਰਮੇਸ਼ਰ ਨੂੰ ਗਾਲਾਂ ਕਿਉਂ ਕੱਢ ਰਿਹਾ। ਤਾਂ ਜ਼ਿਮੀਂਦਾਰ ਨੇ ਕਿਹਾ ਕਿ ਉਸ ਰੱਬ ਨੇ ਮੇਰੇ ਸਾਰੇ ਪੁੱਤਰ ਮਾਰ ਦਿੱਤੇ ਹਨ, ਇਕੱਲਾ ਮੈਂ ਹੀ ਦੁੱਖ ਭੋਗਣ ਵਾਸਤੇ ਰਹਿ ਗਿਆ। ਰੱਬ ਨੇ ਮੇਰੇ ਪਾਸ ਕੁਝ ਨਹੀਂ ਰਹਿਣ ਦਿੱਤਾ, ਇਸ ਲਈ ਗਾਲਾਂ ਹੀ ਕੱਢਾਂਗਾ। ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ, ਜੇਕਰ ਕਰਤਾਰ ਦੇ ਪਾਸੋਂ ਤੈਨੂੰ 2000 ਰੁਪਏ ਦਵਾ ਦਈਏ ਤੇ ਸਾਨੂੰ ਆਪਣੇ ਦੋਵੇਂ ਪੈਰ ਦੇਣਾ ਕਰ। ਕਹਿੰਦਾ ਨਾ ਜੀ, ਫਿਰ ਮੈਂ ਤੁਰਿਆ ਕਿਵੇਂ ਕਰਾਂਗਾ। ਫਿਰ ਸਤਿਗੁਰਾਂ ਨੇ ਕਿਹਾ ਕਿ ਆਪਣੇ ਹੱਥ ਦੇ ਦੇ, ਅਸੀਂ ਤੈਨੂੰ ਪਰਮੇਸ਼ਰ ਕੋਲੋਂ 4000 ਰੁਪਏ ਦਵਾ ਦਿੰਦੇ। ਜ਼ਿਮੀਂਦਾਰ ਕਹਿੰਦਾ ਕਿ ਮਹਾਰਾਜ, ਫਿਰ ਮੈਂ ਖਾਇਆ ਕਿਵੇਂ ਕਰਾਂਗਾ। ਫਿਰ ਸਤਿਗੁਰਾਂ ਨੇ ਕਿਹਾ ਅਸੀਂ ਤੈਨੂੰ ਪਰਮੇਸ਼ਰ ਪਾਸੋਂ 5000 ਰੁਪਈਆ ਦਵਾ ਦਿੰਦੇ ਹਾਂ, ਤੂੰ ਆਪਣੀ ਜ਼ੁਬਾਨ ਦੇ ਦੇ। ਜ਼ਿਮੀਂਦਾਰ ਨੇ ਕਿਹਾ ਕਿ ਮਹਾਰਾਜ, ਫਿਰ ਬੋਲਾਂਗਾ ਕਿਵੇਂ। ਸਤਿਗੁਰਾਂ ਨੇ ਕਿਹਾ ਕਿ ਫਿਰ ਤੈਨੂੰ ਕਰਤਾਰ ਕੋਲੋਂ 1 ਲੱਖ ਰੁਪਈਆ ਦਵਾ ਦਿੰਦੇ ਹਾਂ ਤੇ ਤੂੰ ਆਪਣੀਆਂ ਅੱਖਾਂ ਸਾਨੂੰ ਦੇਣਾ ਕਰ। ਜ਼ਿਮੀਂਦਾਰ ਨੇ ਕਿਹਾ ਕਿ ਮਹਾਰਾਜ, ਅੱਖਾਂ ਗਈਆਂ ਤਾਂ ਜਹਾਨ ਗਿਆ, ਮੈਂ ਵੇਖਾਂਗਾ ਕਿਵੇਂ। ਫਿਰ ਸਤਿਗੁਰਾਂ ਨੇ ਕਿਹਾ ਕਿ ਚੱਲ ਤੈਨੂੰ ਪਰਮੇਸ਼ਰ ਪਾਸੋਂ 1 ਕਰੋੜ ਰੁਪਈਆ ਦਵਾ ਦਿੰਦੇ ਹਾਂ, ਪਰ ਇਹਨਾਂ ਦੇ ਬਦਲੇ ਤੈਨੂੰ ਆਪਣਾ ਸਿਰ ਦੇਣਾ ਪਵੇਗਾ। ਕਹਿਣ ਲੱਗਾ, ਮਹਾਰਾਜ, ਸਿਰ ਦੇ ਕੇ ਤਾਂ ਮੈਂ ਜਿਉਂਦਾ ਹੀ ਨਹੀਂ ਰਹਾਂਗਾ। ਮੇਰੀ ਪਤਨੀ ਮੇਰੀ ਮੌਤ 'ਤੇ ਰੋਂਦੀ ਰੋਂਦੀ ਮਰ ਜਾਵੇਗੀ, ਫਿਰ ਤੁਹਾਡੇ 1 ਕਰੋੜ ਨੂੰ ਕੀ ਕਰਾਂਗਾ। ਸਤਿਗੁਰਾਂ ਨੇ ਕਿਹਾ ਕਿ ਇੰਨਾ ਕੁਝ ਤਾਂ ਪਰਮਾਤਮਾ ਨੇ ਤੈਨੂੰ ਦਿੱਤਾ ਹੈ, ਫਿਰ ਉਸ ਨੂੰ ਗਾਲਾਂ ਕਿਉਂ ਕੱਢਦਾ ਹੈ, ਸਗੋਂ ਉਸ ਦਾ ਕੀਰਤਨ ਜਸ ਗਾਇਆ ਕਰ। ਇਉਂ ਉਪਦੇਸ਼ ਦੇ ਕੇ ਸਤਿਗੁਰੂ ਜੀ ਆਪ ਅਗਾਹਾਂ ਜੀਵਾਂ ਦੀ ਕਲਿਆਣ ਲਈ ਚਲੇ ਗਏ। ਸਮਾਂ ਪਾ ਕੇ ਇਸ ਜ਼ਿਮੀਂਦਾਰ ਦੇ ਘਰ ਫਿਰ ਪੁੱਤਰ ਹੋ ਗਏ, ਪਰਿਵਾਰ ਵਾਲਾ ਬਣ ਗਿਆ। ਜਦੋਂ ਢਲਦੀ ਉਮਰ ਬਿਰਧ ਅਵਸਥਾ ਆਈ ਤਾਂ ਮਨ ਵਿੱਚ ਕਲਪਨਾ ਬਹੁਤ ਕਰਿਆ ਕਰੇ। ਉੱਧਰ ਸਤਿਗੁਰੂ ਪਾਤਸ਼ਾਹ ਜੀ ਜੀਵਾਂ ਦੀ ਕਲਿਆਣ ਕਰਦੇ ਹੋਏ ਇਸ ਦੇ ਕੋਲ ਆਏ ਅਤੇ ਕਿਹਾ, ਹੇ ਭਾਈ, ਕਲਪਨਾ ਨੂੰ ਛੱਡ ਕੇ ਭਜਨ ਸਿਮਰਨ ਕਰਿਆ ਕਰ, ਤੇਰੀ ਕਲਿਆਣ ਕਰ ਦਈਏ। ਕਹਿਣ ਲੱਗਾ, ਮਹਾਰਾਜ, ਫਿਰ ਘਰ ਦਾ ਕੰਮ ਕਾਰ ਕੌਣ ਕਰੇਗਾ। ਮੇਰੇ ਪੁੱਤਰ ਤਾਂ ਕੁਝ ਨਹੀਂ ਕਰਦੇ,
ਫਿਰ ਘਰ ਦਾ ਗੁਜ਼ਾਰਾ ਕਿਵੇਂ ਹੋਵੇਗਾ? ਮੈਨੂੰ ਕਲਿਆਣ ਨਹੀਂ ਚਾਹੀਦੀ। ਸਤਿਗੁਰਾਂ ਨੇ ਕਿਹਾ ਕਿ ਭਾਈ, ਮੋਹ ਬੜਾ ਪ੍ਰਬਲ ਹੈ। ਇਉਂ ਆਖ ਕੇ ਚਲੇ ਗਏ। ਕੁਝ ਚਿਰ ਮਗਰੋਂ ਇਹ ਬਜ਼ੁਰਗ ਗੁਜ਼ਰ ਗਿਆ ਤੇ ਘਰ ਵਿੱਚ ਇੱਕ ਬਲਦ ਬਿਮਾਰ ਸੀ। ਉਸ ਵਿੱਚ ਸੁਰਤੀ ਲੱਗੀ ਰਹੀ, ਜਿਸ ਕਰਕੇ ਆਪਣੇ ਘਰ ਵਿੱਚ ਹੀ ਗਊ ਦਾ ਬੱਚਾ ਬਣ ਕੇ ਜਨਮ ਲੈ ਲਿਆ ਤੇ ਜੰਮ ਪਿਆ। 2-3 ਸਾਲਾਂ ਬਾਅਦ ਜਦੋਂ ਥੋੜ੍ਹਾ ਵੱਡਾ ਹੋਇਆ ਤਾਂ ਉਸ ਵੇਲੇ ਫਿਰ ਗੁਰੂ ਸਾਹਿਬ ਜੀ ਇਸ ਕੋਲ ਆਏ। ਇਸ ਦੇ ਪੁੱਤਰਾਂ ਨੇ ਗੁਰੂ ਜੀ ਦੀ ਬਹੁਤ ਸੇਵਾ ਕੀਤੀ। ਸਤਿਗੁਰਾਂ ਨੇ ਪੁੱਛਿਆ ਕਿ ਤੁਹਾਡਾ ਬਜ਼ੁਰਗ ਕਿੱਥੇ ਹੈ? ਉਹ ਕਹਿਣ ਲੱਗੇ ਕਿ ਉਹ ਤਾਂ 2-3 ਸਾਲ ਪਹਿਲਾਂ ਹੀ ਗੁਜ਼ਰ ਚੁੱਕੇ ਆ। ਉਸ ਵਕਤ ਸਤਿਗੁਰਾਂ ਨੇ ਦੇਖਿਆ ਕਿ ਉਹ ਤਾਂ ਬਲਦ ਬਣਿਆ ਪਿਆ ਹੈ। ਗੁਰੂ ਜੀ ਨੇ ਇਸ ਦੀ ਸੁਰਤ ਨੂੰ ਜਗਾ ਕੇ ਕਿਹਾ, ਤੈਨੂੰ ਹੁਣ ਮੁਕਤ ਕਰ ਦਈਏ। ਤਾਂ ਉਸਨੇ ਸਿਰ ਹਿਲਾਇਆ ਤੇ ਕਿਹਾ ਕਿ ਨਹੀਂ ਮਹਾਰਾਜ, ਜੇਕਰ ਮੈਂ ਮਰ ਗਿਆ ਤਾਂ 400 ਰੁਪਏ ਮੇਰਾ ਮੁੱਲ ਹੈ ਤੇ 400 ਹੋਰ ਇਹਨਾਂ ਨੂੰ ਖਰਚਣਾ ਪਵੇਗਾ। ਫਿਰ ਮਹਾਰਾਜ ਜੀ ਚਲੇ ਗਏ। ਮਹਾਰਾਜ ਕਹਿ ਗਏ, ਭਾਈ ਅੱਛਾ, ਤੇਰੇ ਨਾਲ ਬਚਨ ਕਰਦੇ ਹਾਂ, ਤੈਨੂੰ ਮੁਕਤ ਜ਼ਰੂਰ ਕਰਕੇ ਜਾਵਾਂਗੇ। ਹਜੇ ਤੂੰ ਮੋਹ ਵਿੱਚ ਫਸਿਆ ਹੈ, ਹੋਰ ਲੈ ਲਾ ਸਵਾਦ ਮੋਹ ਦਾ। ਕੁਝ ਸਮੇਂ ਬਾਅਦ ਬਲਦ ਬਣਿਆ ਵੀ ਮਰ ਗਿਆ ਤੇ ਕੁੱਤਾ ਬਣ ਕੇ ਨਾ ਆਪਣੇ ਪੁੱਤਰਾਂ ਦੇ ਘਰ ਦੀ ਰਾਖੀ ਕਰਨ ਲੱਗਾ। ਗੁਰੂ ਜੀ ਫਿਰ ਇਸ ਕੋਲ ਆਏ ਤੇ ਪਛਾਣ ਕੇ ਕਿਹਾ ਕਿ ਹੁਣ ਤੈਨੂੰ ਮੁਕਤ ਕਰ ਦਈਏ। ਤਾਂ ਸਿਰ ਹਿਲਾ ਕੇ ਕਹਿੰਦਾ, ਮਹਾਰਾਜ ਨਹੀਂ, ਮੇਰੇ ਪੁੱਤਰ ਨੂੰਹਾਂ ਪੋਤੇ ਆਦਿ ਸਾਰੇ ਰਾਤ ਨੂੰ ਸੌਂ ਜਾਂਦੇ ਆ, ਘਰ ਦੀ ਕੋਈ ਰਾਖੀ ਨਹੀਂ ਕਰਦੇ ਤੇ ਮੈਂ ਸਾਰੀ ਰਾਤ ਇਹਨਾਂ ਦੀ ਰਾਖੀ ਕਰਦਾ ਹਾਂ। ਜੇਕਰ ਮੇਰੀ ਮੁਕਤੀ ਕਰ ਦਿੱਤੀ ਤਾਂ ਚੋਰ ਸਮਾਨ ਆਦਿਕ ਚੋਰੀ ਕਰਕੇ ਲੈ ਜਾਣਗੇ। ਸਤਿਗੁਰੂ ਜੀ ਇਸ ਦੀਆਂ ਗੱਲਾਂ ਸੁਣ ਕੇ ਬਹੁਤ ਖੁਸ਼ ਹੋਏ ਅਤੇ ਸਤਿਗੁਰੂ ਜੀ ਫਿਰ ਚਲੇ ਗਏ। ਕੁਝ ਚਿਰ ਮਗਰੋਂ ਕੁੱਤੇ ਦਾ ਸਰੀਰ ਛੱਡ ਕੇ ਸੱਪ ਦੀ ਜੂਨ ਵਿੱਚ ਪੈ ਗਿਆ ਤੇ ਉਸੇ ਘਰ ਦੀ ਛੱਤ ਵਿੱਚ ਰਹਿਣ ਲੱਗਾ। ਉਸੇ ਕਮਰੇ ਵਿੱਚ ਇਸ ਦਾ ਪੋਤਾ ਪੰਘੂੜੇ ਵਿੱਚ ਪਾਇਆ ਹੋਇਆ ਸੀ। ਪਰਿਵਾਰ ਦਾ ਕੋਈ ਵੀ ਜੀ ਉਸ ਕੋਲ ਨਹੀਂ ਸੀ। ਇਹ ਮੋਹ ਦਾ ਮਾਰਿਆ ਹੋਇਆ ਆਪਣੇ ਪੋਤੇ ਕੋਲ ਆਇਆ ਤਾਂ ਪਰਿਵਾਰ ਵਾਲਿਆਂ ਨੇ ਵੇਖ ਇਸ ਨੂੰ ਮਾਰ ਦਿੱਤਾ। ਫਿਰ ਗੰਦੀ ਨਾਲੀ ਦਾ ਕੀੜਾ ਬਣ ਕੇ ਰਹਿਣ ਲੱਗਾ। ਗੁਰੂ ਜੀ ਫਿਰ ਇਸ ਕੋਲ ਆਏ। ਇਸ ਦੀ ਬੁਰੀ ਹਾਲਤ ਦੇਖ ਕੇ ਭਾਈ ਮਰਦਾਨਾ ਜੀ ਨੂੰ ਕਿਹਾ ਕਿ ਇਸ ਕੀੜੇ ਨੂੰ ਬਾਹਰ ਕੱਢ ਲਿਆਓ। ਭਾਈ ਮਰਦਾਨੇ ਨੇ ਬਚਨ ਮੰਨ ਕੇ ਉਸ ਕੀੜੇ ਨੂੰ ਬਾਹਰ ਕੱਢ ਲਿਆਂਦਾ। ਗੁਰੂ ਜੀ ਨੇ ਕਿਹਾ ਕਿ ਮੋਹ ਦੇ ਮਾਰੇ ਨੇ ਇੰਨੇ ਜਨਮ ਧਾਰੇ ਹਨ, ਇੰਨੇ ਦੁੱਖ ਤਸੀਹੇ ਝੱਲੇ ਹਨ, ਹੁਣ ਤੇਰੀ ਮੁਕਤੀ ਕਰ ਦਈਏ। ਤਾਂ ਉਸਨੇ ਰੋ ਕੇ ਕਿਹਾ ਕਿ ਮਹਾਰਾਜ, ਮੈਂ ਬਹੁਤ ਦੁਖੀ ਹਾਂ, ਤੁਸੀਂ ਕਿਰਪਾ ਕਰਕੇ ਮੇਰੀ ਮੁਕਤੀ ਕਰ ਦਿਓ। ਉਸ ਵਕਤ ਸਤਿਗੁਰਾਂ ਨੇ ਸਰਬ ਸਾਂਝਾ ਇਹ ਪਾਵਨ ਸ਼ਬਦ ਉਚਾਰ ਕੇ ਉਸ ਦੇ ਕਈ ਜਨਮਾਂ ਦੇ ਭਟਕਦੇ ਹੋਏ ਦੀ ਮੁਕਤੀ ਕੀਤੀ। ਮੋਹ ਕੁਟੰਬ ਮੋਹ ਸਭ ਕਾਰ, ਮੋਹ ਤੁਮ ਤਜੋ ਸਗਲ ਵੇਕਾਰ। ਹੇ ਭਾਈ, ਜੋ ਇਸਤਰੀ ਪੁੱਤਰਾਂ ਆਦਿਕ ਦਾ ਕੁਟੰਬ ਪਰਿਵਾਰ ਦਾ ਸਨੇਹ ਮੋਹ ਹੈ, ਇਹ ਮੋਹ ਸਨੇਹ ਸਾਰਿਆਂ ਦੇ ਮੂੰਹ ਨੂੰ ਕਾਰਕੀਏ ਕਾਲ ਖਿਲਾਉਣ ਵਾਲਾ ਹੈ। ਇਸ ਕਰਕੇ ਤੁਸੀਂ ਮੋਹ ਸਨੇਹ ਨੂੰ ਤਜੋ ਤਿਆਗਣਾ ਕਰੋ, ਛੱਡ ਦਿਓ, ਕਿਉਂਕਿ ਇਹ ਸਾਰੀਆਂ ਵਿਕਾਰ ਖੋਟੀਆਂ ਕਾਰਾਂ ਨੂੰ ਪੈਦਾ ਕਰਦਾ। ਕਾਮ ਕ੍ਰੋਧ ਆਦਿਕ ਸਾਰੇ ਵਿਕਾਰਾਂ ਨੂੰ ਅਤੇ ਮੋਹ ਨੂੰ ਤੁਸੀਂ ਤਿਆਗਣਾ ਕਰੋ। ਮੋਹ ਅਰ ਭਰਮ ਤਜੋ ਤੁਮ ਬੀਰ, ਸਾਚ ਨਾਮ ਹਿਰਦੇ ਰਵੈ ਸਰੀਰ ਰਹਾਉ। ਹੇ ਮੇਰੇ ਵੀਰ ਭਰਾਵੋ, ਤੁਸੀਂ ਸਰੀਰਾਂ ਦਾ ਮੋਹ ਸਨੇਹ ਅਤੇ ਸਰੂਪ ਦਾ ਭਰਮ ਸੰਸਾ ਤਿਆਗਣਾ ਕਰੋ। ਮੋਹ ਅਤੇ ਭਰਮ ਆਦਿਕ ਨੂੰ ਛੱਡ ਕਰਕੇ ਤੁਸੀਂ ਵੀਰ ਬਹਾਦਰ ਬਣੋ ਅਤੇ ਦੇਹ ਦੇ ਅੰਦਰ ਹਿਰਦੇ ਵਿੱਚ ਪਰਮੇਸ਼ਰ ਦੇ ਸੱਚੇ ਨਾਮ ਨੂੰ ਰਵੈ ਕਹੀਏ ਉਚਾਰਨਾ ਕਰੋ। ਰਹਾਓ ਵਿਸਰਾਮ ਦੇ ਕੇ ਕਿਰਪਾ ਕਰ ਰਹੇ ਹਨ। ਸੱਚ ਨਾਮ ਜਾ ਨਵ ਨਿਧ ਪਾਈ, ਰੋਵੈ ਪੂਤ ਨ ਕਲਪੈ ਮਾਈ। ਜਦੋਂ 9 ਨਿਧੀਆਂ ਰੂਪੀ ਨਵ ਦਾ ਭਗਤੀ ਪਾ ਲਈ ਤਾਂ ਪਰਮੇਸ਼ਰ ਦਾ ਸੱਚਾ ਨਾਮ ਹਿਰਦੇ ਵਿੱਚ ਵਸ ਜਾਵੇਗਾ। ਫਿਰ ਮਨ ਰੂਪੀ ਪੁੱਤਰ ਰੁਦਨ ਨਹੀਂ ਕਰੇਗਾ ਅਤੇ ਨਾ ਹੀ ਬੁੱਧ ਰੂਪੀ ਮਾਈ ਮਾਂ ਕਲਪਨਾ ਕਰੇਗੀ। ਮਾਇਆ ਦੀ ਕਲਪਨਾ ਨਹੀਂ ਹੋਵੇਗੀ। ਜਦੋਂ ਮਨ ਵਿਚਾਰ ਵਾਲਾ ਬਣ ਗਿਆ ਫਿਰ ਰੋਵੇਗਾ ਨਹੀਂ ਅਤੇ ਕਲਪਨਾ ਮਾਤਰ ਮਾਇਆ ਨੂੰ ਸਮਝ ਲਵੇਗਾ ਕਿ ਇਹ ਤਾਂ ਈਸ਼ਵਰ ਦੀ ਹੀ ਕਲਪੀ ਹੋਈ ਹੈ। ਏਤ ਮੋਹ ਡੂਬਾ ਸੰਸਾਰ, ਗੁਰਮੁਖ ਕੋਈ ਉਤਰੈ ਪਾਰ।
ਇਸ ਨੇਤਰਾਂ ਦੇ ਵਿਸ਼ੇ ਮੋਹ ਵਿੱਚ ਸਾਰਾ ਹੀ ਸੰਸਾਰ ਜਗਤ ਡੁੱਬ ਰਿਹਾ। ਕੋਈ ਵਿਰਲਾ ਵਿਰਲਾ ਹੀ ਪੁਰਸ਼ ਗੁਰਮੁਖਤਾ ਕਰਕੇ ਸੰਸਾਰ ਸਮੁੰਦਰ ਤੋਂ ਮੁਕਤੀ ਰੂਪੀ ਪਾਰਲੇ ਕਿਨਾਰੇ 'ਤੇ ਉਤਰਦਾ। ਏਤ ਮੋਹਿ ਫਿਰ ਜੂਨੀ ਪਾਹੇ, ਮੋਹੇ ਲਾਗਾ ਜਮਪੁਰ ਜਾਹੇ। ਏਤ ਕਹੀਏ ਇਹ ਸਰੀਰਾਂ ਦੇ ਮੋਹ ਕਰਕੇ ਮੁੜ ਕੇ 84 ਲੱਖ ਜੂਨਾਂ ਵਿੱਚ ਪਾਇਆ ਜਾਂਦਾ। ਮੋਹ ਵਿੱਚ ਲੱਗਣ ਕਰਕੇ ਜੀਵ ਜਮਾਂ ਦੀਆਂ ਪੁਰੀਆਂ ਵਿੱਚ ਜਾਂਦਾ ਹੈ। ਗੁਰ ਦੀਖਿਆ ਲੈ ਜਪ ਤਪ ਕਮਾਹੇ, ਨਾ ਮੋਹ ਟੂਟੈ ਨਾ ਠਾਏ ਪਾਹੇ। ਜੇਕਰ ਸਤਿਗੁਰਾਂ ਦੀ ਸਿੱਖਿਆ ਲੈ ਕਰਕੇ, ਬਾਣੀ ਕਰਕੇ, ਜਪ ਕਰਕੇ ਅਤੇ ਸਰੀਰ ਕਰਕੇ ਸੇਵਾ ਰੂਪ ਤਪੱਸਿਆ ਨੂੰ ਕਮਾਉਣਾ ਕਰੇ ਤਾਂ ਫਿਰ ਪੁਰਸ਼ ਦਾ ਮੋਹ ਸਨੇਹ ਟੁੱਟ ਜਾਂਦਾ ਹੈ। ਨਾ ਮੋਹ ਟੂਟੈ ਨਾ ਥਾਏ ਪਾਹੇ। ਪਾਤਸ਼ਾਹ ਕਹਿੰਦੇ ਆ ਕਿ ਨਾ ਹੀ ਇਹ ਜਿਸ ਪੁਰਖ ਦਾ ਮੋਹ ਟੁੱਟ ਗਿਆ ਕਿ ਉਹ ਸਰੂਪ ਰੂਪੀ ਥਾਂ ਨੂੰ ਨਹੀਂ ਪਾਵੇਗਾ, ਭਾਵ ਜ਼ਰੂਰ ਪ੍ਰਾਪਤ ਕਰ ਲਵੇਗਾ। ਜਿਨ੍ਹਾਂ ਨੇ ਸਤਿਗੁਰਾਂ ਕੋਲੋਂ ਸਿੱਖਿਆ ਲੈ ਕੇ ਜਪ ਤਪ ਤਾਂ ਕਮਾ ਲਿਆ ਪਰ ਸਿੱਖਿਆ ਧਾਰਨ ਨਹੀਂ ਕੀਤੀ, ਉਹਨਾਂ ਦਾ ਮੋਹ ਨਹੀਂ ਟੁੱਟਦਾ। ਉਹ ਸੱਚਖੰਡ ਰੂਪੀ ਥਾਂ ਜਗ੍ਹਾ ਨੂੰ ਨਹੀਂ ਪਾ ਸਕਦੇ। ਨਦਰ ਕਰੇ ਤਾਂ ਇਹ ਮੋਹ ਜਾਏ, ਨਾਨਕ ਹਰਿ ਸਿਉ ਰਹਿ ਸਮਾਏ। ਇਹ ਭਾਈ ਜੇਕਰ ਸਤਿਗੁਰੂ ਜੀ ਕਿਰਪਾ ਨਦਰ ਦ੍ਰਿਸ਼ਟੀ ਕਰਨ ਤਦ ਹਿਰਦੇ ਵਿੱਚੋਂ ਇਹ ਸਰੀਰਾਂ ਆਦਿ ਦਾ ਮੋਹ ਸਨੇਹ ਜਾਂਦਾ ਹੈ, ਭਾਵ ਨਿਵਰਤ ਹੁੰਦਾ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਹੇ ਭਾਈ, ਫਿਰ ਹਰੀ ਪਰਮੇਸ਼ਰ ਦੇ ਸਾਥ ਅਭੇਦ ਹੋਏ ਰਹੀਦਾ ਹੈ। ਫਿਰ ਉਸ ਹਰੀ ਦੇ ਨਾਲ ਮਿਲੀਦਾ ਹੈ ਜੋ ਘਟਾਂ ਘਟਾਂ ਵਿੱਚ ਸਮਾਇਆ ਹੋਇਆ ਹੈ। ਆਸਾ ਮਹੱਲਾ ਪਹਿਲਾ। ਆਪ ਕਰੇ ਸਚ ਅਲਖ ਅਪਾਰ, ਹਉ ਪਾਪੀ ਤੂੰ ਬਖਸ਼ਣਹਾਰ। ਸਤਿਗੁਰਾਂ ਤੋਂ ਬਿਨਾਂ ਲਖਣ ਤੋਂ ਰਹਿਤ ਅਤੇ ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ ਸੱਚਾ ਪਰਮੇਸ਼ਰ ਸ੍ਰਿਸ਼ਟੀ ਦੀ ਰਚਨਾ, ਪਾਲਣਾ ਅਤੇ ਲੈਤਾ ਆਦਿਕ ਕਾਰਜਾਂ ਨੂੰ ਆਪ ਹੀ ਕਰਦਾ ਹੈ। ਉਸ ਅੱਗੇ ਇਸ ਪ੍ਰਕਾਰ ਬੇਨਤੀ ਕਰੇ ਕਿ ਹੇ ਵਾਹਿਗੁਰੂ, ਮੈਂ ਔਗਣਾ ਕਰਕੇ ਪਾਪੀ ਮੰਦ ਕਰਮ ਕਰਨ ਵਾਲਾ ਗੁਨਾਹਗਾਰ ਹਾਂ ਅਤੇ ਤੁਸੀਂ ਬਖਸ਼ਣਹਾਰ ਬਖਸ਼ਣ ਵਾਲੇ ਹੋ। ਤੇਰਾ ਭਾਣਾ ਸਭ ਕਿਛ ਹੋਵੈ, ਮਨ ਹਠ ਕੀਚੈ ਅੰਤ ਵਿਗੋਵੈ ਰਹਾਉ। ਹੇ ਮਹਾਰਾਜ, ਸਾਰਾ ਕੁਝ ਤੁਹਾਡਾ ਹੀ ਭਾਣਾ ਹੁਕਮ ਵਿੱਚ ਹੁੰਦਾ। ਮਨ ਦੀ ਹਠ ਜਿੰਦ ਕਰਕੇ ਕਰਮ ਕਰਨ ਨਾਲ ਅੰਤ ਅਖੀਰ ਨੂੰ ਵਿਗੋਵੈ ਖਰਾਬ ਹੀ ਹੋਣਾ ਪੈਂਦਾ ਹੈ। ਰਹਾਉ ਵਿਸਰਾਮ ਦੇ ਕੇ ਕਿਰਪਾ ਕਰਦੇ ਹਨ। ਮਨਮੁਖ ਕੀ ਮਤ ਕੂੜ ਵਿਆਪੀ, ਬਿਨ ਹਰ ਸਿਮਰਨ ਪਾਪ ਸੰਤਾਪੀ। ਮਨਮਤ ਧਾਰਨ ਵੇਲੇ ਵਾਲੇ ਬੇਮੁਖ ਪੁਰਸ਼ ਦੀ ਮਤ ਬੁੱਧੀ ਸਦਾ ਹੀ ਕੂੜ ਝੂਠੇ ਪਦਾਰਥਾਂ ਜਾਂ ਝੂਠ ਬੋਲਣ ਵਿੱਚ ਹੀ ਵਿਆਪੀ ਲੱਗੀ ਰਹਿੰਦੀ ਆ। ਪਰਮੇਸ਼ਰ ਦੇ ਸਿਮਰਨ ਯਾਦ ਕਰਨ ਤੋਂ ਬਿਨਾਂ ਪਾਪ ਗੁਨਾਹਾਂ ਕਰਕੇ ਸੰਤਾਪੀ ਦੁਖੀ ਹੋਣਾ ਪੈਂਦਾ। ਹਰੀ ਦੇ ਸਿਮਰਨ ਤੋਂ ਬਗੈਰ ਕੀਤੇ ਹੋਏ ਪਾਪ ਕਰਮ ਬੜੇ ਸੰਤਾਪੀ ਦੁੱਖ ਦੇਣ ਵਾਲੇ ਹਨ। ਦੁਰਮਤ ਤਿਆਗ ਲਾਹਾ ਕਿਛ ਲੇਵੋ, ਜੋ ਉਪਜੈ ਸੋ ਅਲਖ ਅਭੇਵੋ। ਹੇ ਭਾਈ, ਦੁਰਮਤ ਖੋਟੀ ਮਤ ਨੂੰ ਤਿਆਗ ਛੱਡ ਕਰਕੇ ਮਨੁੱਖਾ ਜਨਮ ਵਿੱਚ ਆਤਮਾ ਦੀ ਪ੍ਰਾਪਤੀ ਰੂਪ ਕੁਝ ਲਾਹਾ ਨਫਾ ਤੁਸੀਂ ਲੈਣਾ ਕਰੋ। ਜਿਹੜਾ ਕੁਝ ਵੀ ਸੰਸਾਰ ਵਿੱਚ ਪੈਦਾ ਹੋਇਆ ਉਹ ਸਾਰਾ ਕੁਝ ਹੀ ਲਖਣ ਤੋਂ ਰਹਿਤ, ਅਭੇਵੋ ਭੇਦ ਰਹਿਤ ਪਰਮੇਸ਼ਰ ਦੀ ਸੱਤਾ ਦੇ ਆਸਰੇ ਹੀ ਹੈ। ਐਸਾ ਹਮਰਾ ਸਖਾ ਸਹਾਈ, ਗੁਰ ਹਰ ਮਿਲਿਆ ਭਗਤ ਦਿਰੜਾਈ। ਹੇ ਭਾਈ, ਐਸਾ ਅਜਿਹਾ ਸਮਰੱਥ ਪ੍ਰਭੂ ਸਾਡਾ ਲੋਕ ਪ੍ਰਲੋਕ ਵਿੱਚ ਸਖਾ ਮਿੱਤਰ ਰੂਪ ਹੋ ਕੇ ਸਹਾਇਤਾ ਕਰਨ ਵਾਲਾ ਹੈ। ਹੇ ਭਾਈ, ਸਾਨੂੰ ਪਰਮੇਸ਼ਰ ਸਰੂਪ ਸਤਿਗੁਰੂ ਜੀ ਮਿਲੇ ਹਨ। ਉਹਨਾਂ ਨੇ ਆਪ ਹੀ ਕਿਰਪਾ ਕਰਕੇ ਆਪਣੀ ਭਾਉ ਭਗਤ ਪ੍ਰੇਮਾ ਭਗਤੀ ਦ੍ਰਿੜਾਈ ਦ੍ਰਿੜ ਕਰਾਉਣਾ ਕੀਤੀ ਹੈ। ਸਗਲੀ ਸੌਦੀ ਟੋਟਾ ਆਵੈ, ਨਾਨਕ RAM ਨਾਮ ਮਨ ਭਾਵੈ। ਸਗਲੀ ਕਹੀਏ ਸਾਰੇ ਜਪ ਤਪ ਸਵਰਗ ਲੋਕ ਬ੍ਰਹਮ ਲੋਕ ਸਲੋਕ ਸਮੀਪ ਸਜੁਜ ਆਦਿ ਮੁਕਤੀਆਂ ਦੀ ਪ੍ਰਾਪਤੀ ਰੂਪੀ ਜਾਂ ਪ੍ਰਤੱਖ ਸੌਦੀ ਭਾਵ ਸੌਦਿਆਂ ਪਦਾਰਥਾਂ ਵਿੱਚ ਟੋਟਾ ਘਾਟਾ ਹੀ ਆਉਂਦਾ ਹੈ। ਸਤਿਗੁਰੂ ਸਾਹਿਬ ਜੀ ਉਚਾਰਦੇ ਹਨ,
ਕਿ ਇਸ ਕਰਕੇ ਰਮੇ ਹੋਏ ਪਰਮੇਸ਼ਰ ਦਾ ਨਾਮ ਹੀ ਸਾਡੇ ਮਨ ਚਿੱਤ ਵਿੱਚ ਪਾਉਂਦਾ ਹੈ। ਆਸਾ ਮਹੱਲਾ ਪਹਿਲਾ ਚੌਪਦੇ। ਆਸਾ ਰਾਗ ਵਿੱਚ ਪਹਿਲੇ ਪਾਤਸ਼ਾਹ ਜੀ ਉਚਾਰਦੇ ਹਨ। ਚੌਪਦੇ ਚੌਹਾਂ ਪਦਿਆਂ ਵਾਲੇ 4 ਅੰਕ ਜੋ ਥੱਲੇ ਪੈਰਾਂ 'ਚ ਲੱਗਾ ਹੈ, ਇਸ ਦਾ ਮਤਲਬ ਹੈ 4 ਸ਼ਬਦ ਆਉਣਗੇ। ਚੌਪਦੇ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ। ਹੇ ਭਾਈ, ਵਿਦਿਆ ਜੋ ਕਈਆਂ ਨੇ 14 ਪ੍ਰਕਾਰ ਦੀ, ਕਈਆਂ ਨੇ 16 ਪ੍ਰਕਾਰ ਦੀ, ਕਈਆਂ ਨੇ 18 ਜਾਂ 64 ਪ੍ਰਕਾਰ ਦੀ ਮੰਨੀ ਹੈ, ਇਹਨਾਂ ਦੀ ਵਿਚਾਰੀ ਵਿਚਾਰ ਕੀਤੀ ਹੋਈ ਤਦ ਹੀ ਸਫਲੀ ਹੈ, ਚੰਗੀ ਹੈ। ਜੇਕਰ ਪਰਉਪਕਾਰੀ ਦੂਸਰੇ 'ਤੇ ਉਪਕਾਰ ਭਾਵ ਭਲਾ ਕਰੇ। ਉਹਨਾਂ ਨੇ 4 ਵੇਦ, 6 ਸ਼ਾਸਤਰ, 18 ਪੁਰਾਣਾ, 27 ਸਿਮਰਤੀਆਂ ਆਦਿ ਵਿਦਿਆ ਵਿਚਾਰ ਲਈ ਹੈ। ਜਿਹੜੇ ਪਰਉਪਕਾਰ ਕਰਦੇ ਹਨ ਜਾਂ ਪੰਚ ਰਾਸੀ ਤਾਂ ਤੀਰਥ ਵਾਸੀ। ਜੇਕਰ 5 7 ਸੰਤੋਖ, ਦਇਆ, ਧਰਮ, ਵਿਚਾਰ ਦੀ ਰਾਸੀ ਪੂੰਜੀ ਕੋਲ ਹੈ, ਤਦ ਹੀ ਪਵਿੱਤਰ ਅਸਥਾਨਾਂ 'ਤੇ ਵਾਸੀ ਵਸਣਾ ਸਫਲਾ ਹੈ। ਜਿਨ੍ਹਾਂ ਨੇ 5 ਸ਼ਬਦ, ਸਪਰਸ਼, ਰੂਪ, ਰਸ, ਗੰਧ ਵਿਸ਼ਿਆਂ ਨੂੰ ਰਾਸੀ ਹੁੰਦਾ ਸੱਚਾਈ ਵਿੱਚ ਕਰ ਲਿਆ, 5 ਗਿਆਨ ਇੰਦਰੀਆਂ ਨੂੰ ਦਰੁਸਤ ਸਵਾਰ ਲਿਆ, ਭਾਵ ਅੱਖਾਂ ਨਾਲ ਸਤਿਗੁਰਾਂ ਦਾ ਸਰੂਪ ਹੀ ਵੇਖਦੇ ਹਨ, ਕੰਨਾਂ ਨਾਲ ਜਸ ਹੀ ਸੁਣਦੇ ਹਨ, ਰਸਨਾ ਦੇ ਨਾਲ ਪਰਮੇਸ਼ਰ ਦੇ ਗੁਣ ਹੀ ਗਾਉਂਦੇ ਹਨ, ਪੈਰਾਂ ਨਾਲ ਸਤ ਸੰਗਤ ਵਿੱਚ ਜਾਂਦੇ ਹਨ, ਹੱਥਾਂ ਨਾਲ ਸੇਵਾ ਕਰਦੇ ਹਨ, ਉਹਨਾਂ ਦਾ ਤਾਂ ਤੀਰਥਾਂ 'ਤੇ ਵਸਿਆ ਹੋਇਆ ਹੀ ਜਾਣੋ। ਉਹ ਆਤਮਾ ਆਨੰਦ ਰੂਪੀ ਤੀਰਥ ਉੱਤੇ ਵਸਦੇ ਹਨ। ਘੁੰਗਰੂ ਘੁੰਗਰੂ ਵਾਜੈ ਜੇ ਮਨ ਲਾਗੈ, ਤਉ ਜਮ ਕਹਾ ਕਰੇ ਮੋਸਿਓ ਆਗੈ ਰਹਾਉ। ਘੁੰਗਰੂ ਹੁੰਦਾ ਛੋਟੀ ਘੰਟੀ ਦੇ ਵੱਜਣ, ਜਿਹੜੇ ਪੈਰਾਂ ਵਿੱਚ ਘੁੰਗਰੂ ਬੰਨ੍ਹ ਕੇ ਨਿਰਤਕਾਰੀ ਕਰਦੇ ਹੋਏ ਵਜਾਉਂਦੇ ਹਨ। ਜੇਕਰ ਪਰਮੇਸ਼ਰ ਵਿੱਚ ਮਨ ਚਿੱਤ ਲੱਗ ਜਾਵੇ ਤਾਂ ਉਹਨਾਂ ਨੂੰ ਹੋਰ ਘੁੰਗਰੂ ਆਦਿ ਵਜਾਉਣ ਦੀ ਲੋੜ ਨਹੀਂ। ਘੁੰਗਰੂ ਘੋਰੜ ਵੱਜਣ ਵੇਲੇ ਭਾਵ ਅੰਤ ਸਮੇਂ ਵੀ ਜੇਕਰ ਮਨ ਪਰਮੇਸ਼ਰ ਵਿੱਚ ਲੱਗ ਜਾਵੇ, ਤਦ ਅੱਗੇ ਪਰਲੋਕ ਵਿੱਚ ਮੇਰੇ ਸਾਥ ਜਮਰਾਜ ਕੀ ਕਰੇਗਾ। ਭਾਵ ਕਿਸੇ ਨੇ ਅੰਤ ਵੇਲੇ ਵੀ ਪਰਮੇਸ਼ਰ ਵਿੱਚ ਮਨ ਨੂੰ ਜੋੜਨਾ ਕੀਤਾ ਹੈ ਤਾਂ ਉਹਨਾਂ ਨੂੰ ਜਮਰਾਜਾ ਕੁਝ ਵੀ ਨਹੀਂ ਕਹਿ ਸਕਦਾ। ਰਹਾਉ ਆਸ ਨਿਰਾਸੀ ਤਉ ਸੰਨਿਆਸੀ, ਜਾਂ ਜਤ ਜੋਗੀ ਤਾਂ ਕਾਇਆ ਭੋਗੀ। ਜੇਕਰ ਮਾਇਆ ਪਦਾਰਥਾਂ ਦੀ ਆਸ, ਉਮੀਦ, ਇੱਛਾ ਨਿਰਾਸੀ ਉਦਾਸੀਨ ਹੈ, ਭਾਵ ਕੋਈ ਉਮੀਦ ਨਹੀਂ ਹੈ, ਤਦ ਹੀ ਸੰਨਿਆਸੀ ਸੰਨਿਆਸ ਆਸ਼ਰਮ ਧਾਰਨ ਵਾਲਾ ਤਿਆਗੀ ਹੋਣਾ ਸ੍ਰੇਸ਼ਟ ਹੈ। ਜੇਕਰ ਇੰਦਰੀਆਂ ਨੂੰ ਕਾਬੂ ਕਰਨ ਵਾਲਾ ਹੈ ਤਾਂ ਜੋਗੀ ਹੈ, ਪਰਮੇਸ਼ਰ ਵਿੱਚ ਜੁੜਿਆ ਹੋਇਆ ਹੈ। ਜੇਕਰ ਜਤ ਨਹੀਂ ਹੈ ਤਦ ਉਸ ਦੀ ਕਾਇਆ ਦੇਹ ਭੋਗੀ ਗ੍ਰਸਤੀਆਂ ਵਾਲੀ ਹੈ। ਜੇਕਰ ਜਤ ਆਦਿ ਕਾਇਮ ਹੈ ਅਤੇ ਪਰਮੇਸ਼ਰ ਵਿੱਚ ਚਿੱਤ ਦੀ ਬਿਰਤੀ ਇਕਾਗਰ ਕਰਨ ਰੂਪ ਜੋਗੀ ਕੀ ਇਹ ਜੋੜੀ ਹੋਈ ਹੈ, ਤਦ ਕਾਇਆ ਬੁੱਧੀ ਦੇ ਅੰਦਰ ਬ੍ਰਹਮਾਨੰਦ ਜੋਗਾਨੰਦ ਦੇ ਤਾਈਂ ਭੋਗੇਗਾ। ਦਇਆ ਦਿਗੰਬਰ ਦੇਹ ਵਿਚਾਰੀ, ਆਪ ਮਰੈ ਅਵਰਾ ਨਹਿ ਮਾਰੀ। ਸਰੀਰ ਦੇ ਅੰਦਰ ਦਇਆ, ਰਹਿਮ ਕਰਨਾ ਆਦਿ ਸ਼ੁਭ ਗੁਣਾਂ ਦੀ ਵਿਚਾਰ ਕਰਨ ਵਾਲਾ ਹੀ ਦਿਗੰਬਰ ਹੁੰਦਾ, ਦਿਸ਼ਾ ਨੂੰ ਬਸਤਰ ਸਮਝਣ ਵਾਲਾ ਨਾਂਗਾ ਹੈ। ਜਿਹੜਾ ਹਰੇਕ ਜੀਵਾਂ ਉੱਪਰ ਦਇਆ ਕਰਨਾ ਕਰਦਾ ਹੈ, ਉਸ ਦੀ ਹੀ ਦਿਗੰਬਰ ਨਾਂਗੇ ਦੀ ਦੇਹ ਕਾਇਆ ਵਿਚਾਰੀ ਸਮਝਣੀ ਚਾਹੀਦੀ ਆ। ਆਪ ਆਪਣੇ ਆਪ ਦੀ ਹੰਗਤਾ ਅਰਥਾਤ ਜੀਵ ਭਾਵ ਵੱਲੋਂ ਮਰਨਾ ਕਰੇ, ਹੋਰ ਕਿਸੇ ਨੂੰ ਦੋਸ਼ ਆਰੋਪਣ ਰੂਪ ਮਾਰਨਾ ਨਾ ਕਰੇ। ਆਪ ਵੀ ਜੀਵਤ ਭਾਵ ਤੋਂ ਮਰਨਾ ਕਰੇ ਅਤੇ ਹੋਰਨਾਂ ਦੀ ਹੰਗਤਾ ਨੂੰ ਵੀ ਮਾਰ ਦੇਵੇ। ਏਕ ਤੂ ਹੋਰ ਵੇਸ ਬਹੁ ਤੇਰੇ, ਨਾਨਕ ਜਾਣੈ ਚੂਜ ਨ ਤੇਰੇ। ਹੇ ਪਰਮੇਸ਼ਰ ਜੀ, ਤੁਸੀਂ ਇੱਕ ਹੀ ਸਾਰਿਆਂ ਵਿੱਚ ਵਿਆਪਕ ਹੋ। ਅਨਿਆ ਅਨੇਕ ਸਰਗੁਣ ਆਦਿਕਾਂ ਦੇ ਤੁਹਾਡੇ ਬਹੁਤ ਸਾਰੇ ਵੇਸ ਲਿਬਾਸ ਹਨ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਹੇ ਮਹਾਰਾਜ, ਤੁਹਾਡੇ ਚੋਜ ਕੌਤਕ ਨਹੀਂ ਜਾਣੇ ਜਾਂਦੇ, ਨਹੀਂ ਸਮਝੇ ਜਾਂਦੇ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।